ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਸੋਚ ਦੇ ਇੱਕ ਹੋਰ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਮੇਰਾ ਨਾਮ ਹੈ ਜਸਮੀਤ। ਹਰ ਹਫਤੇ ਅਸੀਂ ਤੁਹਾਡੇ ਲਈ ਇੱਕ ਨਏ ਕਮਿਊਨਿਟੀ ਮੈਂਬਰ ਦੀ ਕਹਾਣੀ ਜਾਂ ਤਜਰਬਾ ਪੇਸ਼ ਕਰਦੇ ਹਾਂ। ਕਮਿਊਨਿਟੀ ਮੈਂਬਰ ਦੀ ਕਹਾਣੀਆਂ ਸ਼ੇਅਰ ਕਰਨ ਦੇ ਵਿੱਚ ਸਾਡਾ ਮਕਸਦ ਇਹ ਆ ਕਿ ਸਾਨੂੰ ਇੱਕ ਆਪਣਾਪਨ ਮਹਿਸੂਸ ਹੋਵੇ ਤੇ ਸਾਨੂੰ ਰੀਅਲਾਈਜ਼ੇਸ਼ਨ ਹੋਵੇ ਕਿ ਸਿਰਫ ਅਸੀਂ ਇਕੱਲੇ ਨਹੀਂ ਆ ਜੋ ਇੱਕ ਮੈਂਟਲ ਹੈਲਥ ਚੈਲੰਜ ਦੇ ਵਿੱਚੋਂ ਗੁਜ਼ਰ ਰਹੇ ਆ। ਤੇ ਹੋਪਫੁਲੀ ਇੱਕ ਦੂਜੇ ਦੀਆਂ ਕਹਾਣੀਆਂ ਸੁਣ ਕੇ ਅਸੀਂ ਹੌਲੀ-ਹੌਲੀ ਕਰਕੇ ਆਪਣੀ ਸੋਚ ਬਦਲ ਸਕੀਏ ਮਾਨਸਿਕ ਸਿਹਤ ਨੂੰ ਲੈ ਕੇ। ਸੋ ਅੱਜ ਦੇ ਐਪੀਸੋਡ ਦੇ ਵਿੱਚ ਇੱਕ ਕਮਿਊਨਿਟੀ ਮੈਂਬਰ ਜੋ ਮੇਰੇ ਲਈ ਅਤੇ ਮਨੀਤ ਲਈ ਇੱਕ ਵੱਡੇ ਸਿਸਟਰ ਵਾਂਗੂ ਹੈਗੇ ਆ, ਉਹ ਸ਼ੇਅਰ ਕਰਨਗੇ ਕਿ ਉਹਨਾਂ ਦਾ ਐਕਸਪੀਰੀਅੰਸ ਕੀ ਰਿਹਾ ਆ ਜਦ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਇੱਕ ਮੈਂਟਲ ਹੈਲਥ ਦੀ ਕੰਸਰਨ ਸੀ, ਉਹਨਾਂ ਦੇ ਕੀ ਚੈਲੰਜਸ ਉਹਨਾਂ ਨੇ ਫੇਸ ਕੀਤੇ ਆ ਤੇ ਸਾਡੇ ਪੰਜਾਬੀ ਕਮਿਊਨਿਟੀ ਦਾ ਕੀ ਰਿਸਪੌਂਸ ਸੀ ਉਹਨਾਂ ਦੇ ਫੈਮਿਲੀ ਮੈਂਬਰ ਦੀ ਮੈਂਟਲ ਹੈਲਥ ਨੂੰ ਲੈ ਕੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਮਨੀਤ ਹੈਗਾ ਆ ਐਂਡ ਜਿਵੇਂ ਜਸਮੀਤ ਨੇ ਸ਼ੇਅਰ ਕੀਤਾ, ਮਾਨਸਿਕ ਐਕਸਪੀਰੀਅੰਸ ਬਹੁਤ ਡਿਫਿਕਲਟ ਹੁੰਦਾ। ਮਾਨਸਿਕ ਬਿਮਾਰੀਆਂ ਇੰਡੀਵਿਜੂਅਲ ਨੂੰ ਇੰਪੈਕਟ ਕਰਦੀਆਂ, ਪਰ ਉਸ ਦੇ ਵਿੱਚ ਫੈਮਿਲੀ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਹੁੰਦਾ। ਐਂਡ ਜਿਵੇਂ ਜਾਸਮੀਨ ਨੇ ਸ਼ੇਅਰ ਕੀਤਾ, ਜਿਹੜੇ ਸਾਡੇ ਅੱਜ ਦੇ ਗੈਸਟ ਹੈਗੇ ਆ ਈਮਾਨ, ਉਹ ਆਈ ਥਿੰਕ ਉਹਨਾਂ ਦੀ ਜਿਹੜੀ ਜਰਨੀ ਹੈਗੀ ਆ, ਕਹਾਣੀ ਹੈਗੀ ਆ, ਸੁਣਨ ਵਾਲੀ ਆ ਤੇ ਉਹਦੇ ਵਿੱਚ ਤੁਹਾਨੂੰ ਹੌਸਲਾ ਵੀ ਮਿਲੇ ਕਿ ਤੁਸੀਂ ਇਕੱਲੇ ਨਹੀਂ ਹੈਗੇ ਹੋ। ਅਸੀਂ ਇੱਕ ਦੂਜੇ ਨੂੰ ਸਹਾਰਾ ਦੇਵਾਂਗੇ ਆਪਣੀ ਕਹਾਣੀਆਂ ਸ਼ੇਅਰ ਕਰਕੇ, ਤੇ ਤੁਹਾਨੂੰ ਕੋਈ ਵੈਲਿਊਬਲ ਮੈਸੇਜ ਮਿਲੇ ਕਿ ਜੇ ਤੁਸੀਂ ਸਟਰਗਲ ਕਰ ਰਹੇ ਹੋ ਆਪਦੇ ਘਰ ਦੇ ਵਿੱਚ ਕਿਸੇ ਨੂੰ ਸਪੋਰਟ ਕਰਨ ਲਈ, ਤੁਸੀਂ ਕੀ ਕਰ ਸਕਦੇ ਹੋ ਆਪਦੇ ਆਪ ਲਈ। ਸੋ ਥੈਂਕ ਯੂ ਇਮਾਨ, ਤੁਸੀਂ ਅੱਜ ਸਾਡੇ ਨਾਲ ਜੁਆਇਨ ਹੋ ਰਹੇ ਹੋ। ਤੁਸੀਂ ਅੱਜ ਸਾਡੇ ਵਿਊਅਰਸ ਨੂੰ ਪਲੀਜ਼ ਥੋੜਾ ਜਿਹਾ ਆਪਦੇ ਬਾਰੇ ਦੱਸੋਗੇ? ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਮਾਈ ਸਿਸਟਰਸ। ਮੈਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਬੈਕ ਐਂਡ ਫੋਰਥ ਹਨਾ, ਥੋੜੀ ਜੀ ਸਾਡੀ ਮਿਕਸ ਹੁੰਦੀ ਹੈਗੀ ਅੱਜ ਕੱਲ, ਰਾਈਟ? ਥੈਂਕ ਯੂ ਸੋ ਮਚ। ਬਹੁਤ ਖੁਸ਼ੀ ਹੁੰਦੀ ਹੈਗੀ ਆ ਅੱਜ ਇਹ ਜਿਹੜੀ ਕਨਵਰਸੇਸ਼ਨ, ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਹੈਗੀਆਂ ਨੇ ਸਾਡੀ ਕਮਿਊਨਿਟੀ ਲਈ, ਉਹਨਾਂ ਦੀ ਸਪੋਰਟ ਕਰਨ ਨੂੰ, ਉਹਨਾਂ ਦੀ ਸਿਹਤ ਨੂੰ ਅੱਗੇ ਕਰਨ ਨੂੰ ਕਿ ਅਸੀਂ ਬਹੁਤ ਸਟਰੋਂਗ ਕਮਿਊਨਿਟੀ ਹੈਗੇ ਆ ਤੇ ਮੈਂਟਲ ਹੈਲਥ ਤਾਂ ਉਸ ਤੋਂ ਬਗੈਰ ਤਾਂ ਕੋਈ ਹੈਲਥ ਹੈ ਨਹੀਂ, ਰਾਈਟ? ਸੋ ਤੁਸੀਂ ਜਿਹੜੇ ਹੈਗੇ ਹੋ ਨੌਜਵਾਨ, ਮੈਂ ਕਹਿ ਸਕਦੀ ਹਾਂ ਮੈਂ ਤੁਹਾਡੀ ਵੱਡੀ ਭੈਣ ਵਰਗੀ ਹੈਗੀ ਆ। that's such a nice honor ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੈਗੇ ਹੋ, ਕਾਸ਼ ਜੇ ਤੁਸੀਂ ਹੁੰਦੇ ਜਦੋਂ ਮੈਂ ਛੋਟੀ ਸੀਗੀ ਐਜੀ ਆਰਗੇਨਾਈਜੇਸ਼ਨ। ਮੈਨੂੰ ਲੱਗਦਾ ਮੈਂ ਤੁਹਾਨੂੰ ਬਹੁਤ ਵਾਰੀ ਕਿਹਾ ਹੈਗਾ ਪਹਿਲੀ ਵਾਰ ਜਦੋਂ ਅਸੀਂ ਮਿਲੇ ਸੀਗੇ ਕਿ ਜੇ ਤੁਸੀਂ ਹੁੰਦੇ ਜਦੋਂ ਮੈਂ ਛੋਟੀ ਹੁੰਦੀ ਸੀਗੀ, ਮੈਨੂੰ ਬਹੁਤ ਸਹਾਰਾ ਮਿਲਣਾ ਸੀਗਾ। ਪਰ ਹੁਣ ਸਹਾਰਾ ਬਹੁਤ ਮਿਲ ਰਿਹਾ ਹੈਗਾ ਤੇ ਜਿਹੜੇ ਨੌਜਵਾਨ ਹੁਣ ਹੈਗੇ ਨੇ ਜਿਹੜੇ ਇਹ ਗੱਲਾਂ ਨੂੰ ਸੁਣਦੇ ਹੈਗੇ ਨੇ ਤੇ ਤੁਹਾਡੀ ਆਰਗੇਨਾਈਜੇਸ਼ਨ ਦੇ ਜਿਹੜੀ great resources ਤੁਸੀਂ share ਕਰਦੇ ਹੋ on a daily basis on Instagram and your website and ਦੂਸਰੇ ਜਿਹੜੇ events ਤੁਸੀਂ hold ਕਰਦੇ ਹੋ, ਬਹੁਤ ਸਹਾਰਾ ਮਿਲਦਾ community ਨੂੰ। So thank you so much ਪਿਆਰ for you both and Soch। ਮੈਂ ਇਮਾਨ ਗਰੇਵਾਲ, ਮੈਂਟਲ ਹੈਲਥ ਐਡਵੋਕੇਟ। ਇਹ ਮੇਰਾ ਕੰਮ ਸ਼ੁਰੂ ਹੋਇਆ ਮੈਨੂੰ ਲੱਗਦਾ ਥੋੜੇ ਜਿਹੇ 10 ਸਾਲ ਤੋਂ ਜ਼ਿਆਦਾ ਹੋ ਗਿਆ ਹੁਣ। ਮੈਂ ਕਮਿਊਨਿਟੀ ਦੇ ਵਿੱਚ ਕੰਮ ਕੀਤਾ, ਐਡਵੋਕੇਸੀ, ਸੋ ਆਪਣੀ ਸਟੋਰੀ ਸ਼ੇਅਰ ਕਰਨ ਦੇ ਨਾਲ ਕਮਿਊਨਿਟੀ ਨੂੰ ਸਹਾਰਾ ਦੇਣਾ, ਤੇ ਆਲਸੋ ਥੋੜਾ ਜਿਹਾ ਕਲੀਨਿਕਲ ਕੰਮ ਵੀ ਕੀਤਾ ਹੈਗਾ ਕੈਨੇਡੀਅਨ ਮੈਂਟਲ ਹੈਲਥ ਦੇ ਵਿੱਚ, ਤੇ different organizations volunteer work ਥੋੜਾ ਜਿਹਾ ਕੀਤਾ ਹੈਗਾ। ਪਰ ਮੈਂ ਇਵੈਂਟ ਮੈਨੇਜਮੈਂਟ ਮੋਸਟਲੀ ਕਰਦੀ ਹੈਗੀ ਹਾਂ ਅੱਜ ਕੱਲ TIFF ਲਈ, the Toronto International Film Festival। ਪਰ ਜਿਹੜਾ ਕਮਿਊਨਿਟੀ ਦਾ ਕੰਮ ਹੈਗਾ, advocacy for mental health, sharing our stories and helping others and ਸਹਾਰਾ ਦੇਣਾ, ਇਹ ਕੰਮ ਥੋੜੇ ਜਿਹੇ 10 ਸਾਲ ਤੋਂ ਜ਼ਿਆਦਾ ਚੱਲ ਰਿਹਾ ਹੈਗਾ। ਕਿਉਂਕਿ ਮੇਰੀ ਜਰਨੀ ਆਪਾਂ ਥੋੜਾ ਜਿਹਾ ਗੱਲ ਕਰਾਂਗੇ। ਮੈਨੂੰ ਲੱਗਦਾ ਸੀ ਮੇਰੀ ਮੈਂਟਲ ਹੈਲਥ ਲਈ ਤੇ ਮੇਰੀ ਕਮਿਊਨਿਟੀ ਤੇ ਫੈਮਿਲੀ ਲਈ ਮੈਨੂੰ ਇਹ ਕੰਮ ਬਹੁਤ ਜ਼ਰੂਰੀ ਲੱਗਦਾ ਹੈਗਾ। So yeah, I'm here today because of that। ਸੋ ਇਮਾਨ, ਜਦ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਚਾਹੁੰਦੇ ਸੀ ਕਿ ਜਦ ਤੁਸੀਂ ਛੋਟੇ ਸੀ ਕਿ ਸੋਚ ਵਰਗੀ ਇਦਾਂ ਦੀ ਕੋਈ ਆਰਗੇਨਾਈਜੇਸ਼ਨ ਹੋਵੇ, ਤੁਸੀਂ ਐਕਸਪਲੇਨ ਕਰ ਸਕਦੇ ਕਿ ਉਹਦਾ ਮਤਲਬ ਕੀ ਆ? ਉਸ ਵੇਲੇ ਕਿਉਂ ਤੁਹਾਨੂੰ ਇਦਾਂ ਦੀ ਇੱਕ ਆਰਗੇਨਾਈਜੇਸ਼ਨ ਦੀ ਲੋੜ ਸੀਗੀ? If you could just explain that a little bit।
I think ਜਦੋਂ ਛੋਟੇ ਸੀਗੇ ਪਹਿਲੀ ਵਾਰੀ ਬਹੁਤ ਛੋਟੇ ਸੀਗੇ ਮੈਨੂੰ ਲੱਗਦਾ ਮੈਨੂੰ ਜਿਹੜੀ ਮੈਮਰੀਜ਼ ਹੈਗੀਆਂ ਨੇ ਜਦੋਂ ਜਿੱਥੇ ਤੱਕ ਆਪਾਂ ਪਿੱਛੇ ਸੋਚ ਸਕਦੇ ਹੈਗੇ ਆ ਕਿ ਮੇਰੀ ਫੈਮਿਲੀ ਮੈਂਬਰ ਮੇਰੀ ਮਮ ਦੇ ਵਿੱਚ ਮੈਨੂੰ ਪਹਿਲੀ ਵਾਰੀ ਮੈਨੂੰ ਯਾਦ ਹੈਗਾ ਕਿ ਕੁਝ ਦੇਖਿਆ ਸੀ ਕਿ ਕੁਝ ਡਿਫਰੈਂਟ ਹੈਗਾ ਦੂਸਰੀ ਮੰਮੀ ਤੋਂ ਥੋੜਾ ਜਿਹਾ ਡਿਫਰੈਂਟ ਹੈਗਾ ਮੇਰੀ ਮੰਮੀ ਬਹੁਤ ਉਦਾਸ ਲੱਗਦੇ ਨੇ all the time ਤੇ ਬਹੁਤ ਇਰੀਟੇਟਡ ਲੱਗਦੇ ਨੇ ਤੇ ਛੋਟੀ ਛੋਟੀ ਗੱਲਾਂ ਤੇ ਮੰਮੀ ਡੈਡੀ ਦੀ ਬਹੁਤ ਲੜਾਈਆਂ ਹੁੰਦੀਆਂ ਸੀਗੀਆਂ ਤੇ ਉਹ ਅਸਰ ਪੈ ਜਾਂਦਾ ਹੈਗਾ ਛੋਟੇ ਹੁੰਦੇ ਨੂੰ ਫਿਰ ਤੁਸੀਂ ਥੋੜਾ ਜਿਹਾ ਜਦੋਂ ਤੁਸੀਂ ਟੀਨੇਜਰ ਬਣਦੇ ਹੈਗੇ ਹੋ ਤੇ ਤੁਸੀਂ ਆਪਣੀ ਓਨ ਲਾਈਫ ਦੇ ਵਿੱਚ ਜਾਣ ਲੱਗ ਜੰਨੇ ਹੋ ਤੇ ਤੁਸੀਂ ਦੇਖਦੇ ਹੋ ਕਿ ਮੋਸਟਲੀ ਸ਼ਾਇਦ ਲੋਕੀ ਜ਼ਿਆਦਾ ਲੁੱਕ ਕੇ ਲੜ ਰਹੇ ਨੇ ਪਰ ਦੂਸਰੀ ਫੈਮਲੀਜ਼ ਦੇ ਵਿੱਚ ਇੰਨਾ ਜ਼ਿਆਦਾ ਕਲੇਸ਼ ਨਹੀਂ ਪੈ ਰਿਹਾ ਜਿੰਨਾ ਮੇਰੇ ਘਰ ਦੇ ਵਿੱਚ ਪੈ ਰਿਹਾ ਤੇ ਮੈਨੂੰ ਡਰ ਲੱਗਦਾ all the time ਤੇ ਕੁਝ ਵੀ ਹੋ ਸਕਦਾ ਹੈਗਾ ਦਿਨ ਲੱਗਦਾ ਹੈਗਾ ਅਸੀਂ ਉੱਠਿਆ ਕਿ ਸਭ ਕੁਝ ਠੀਕ ਹੈਗਾ ਅਸੀਂ ਮੈਕਡੋਨਲਡਸ ਤੇ ਬ੍ਰੈਕਫਾਸਟ ਖਾਣ ਜਾ ਰਹੇ ਹਾਂ ਤੇ ਉੱਥੇ ਮੈਕਡੋਨਲਡਸ ਦੇ ਵਿੱਚ ਲੜਾਈ ਹੋ ਜਾਂਦੀ ਆ ਤੇ ਕੁਝ ਸਮਝ ਨਹੀਂ ਆਉਂਦਾ ਕਿ ਕੀ ਲੜ ਕੀ ਰਹੇ ਨੇ ਕੀ ਗੱਲ ਕੀ ਹੈਗੀ ਆ so it's very confusing like ਕੁਝ ਵੀ ਹੋਵੇ ਕਲੇਸ਼ ਪੈ ਜਾਂਦਾ ਸੀਗਾ daily ਕਲੇਸ਼ right it's very hard ਤੇ ਫਿਰ ਮੇਰੇ ਕੋਲੇ ਮੈਂ ਕਹਿ ਸਕਦੀ ਹਾਂ ਮੇਰੀ older sister ਸੀਗੀ ਤੇ ਅਸੀਂ ਇੱਕ ਦੂਜੇ ਦਾ ਸਹਾਰਾ ਬਣ ਗਏ ਸੀਗੇ ਸੋ ਅਸੀਂ ਸੋਚਦੇ ਸੀ ਕਿ ਜੋ ਕੁਝ ਮਰਜ਼ੀ ਹੋਵੇ ਸਾਨੂੰ ਕੁਝ ਸਮਝ ਤਾਂ ਆ ਨਹੀਂ ਰਿਹਾ ਕਿ ਕੀ ਹੋ ਰਿਹਾ ਘਰ ਦੇ ਵਿੱਚ ਪਰ ਅਸੀਂ ਇਕੱਠੇ ਹੈਗੇ ਆ ਅਸੀਂ ਇੱਕ ਦੂਜੇ ਦੇ ਨਾਲ ਸੋ ਜੇ ਉਹ ਨਾ ਹੁੰਦੀ ਮੈਨੂੰ ਨਹੀਂ ਪਤਾ ਕਿ ਕੀ ਕਹਿ ਜਾ ਮੇਰੀ ਮੈਨੂੰ ਜੇ encouragement hundi ke leave this situation at home so that's why it was only through my sister I'd say her and I ਅਸੀਂ ਇੱਕ ਦੂਜੇ ਦਾ ਸਹਾਰਾ ਸੀਗੇ ਪਰ ਕੋਈ community ਦੀ ਕੋਈ organization ਨਹੀਂ ਸੀਗੀ like ਸੋਚ ਜਿੱਥੇ ਤੁਸੀਂ ਜਾ ਕੇ ਕਹਿ ਸਕਦੇ ਸੀਗੇ ਕਿ ਮੇਰੀ ਮੰਮੀ ਦਾ mood ਬਹੁਤ ਖਰਾਬ ਰਹਿੰਦਾ ਹੈਗਾ ਬਹੁਤ ਕਲੇਸ਼ ਪੈਂਦਾ ਹੈਗਾ ਬਹੁਤ abuse ਹੈਗਾ ਬਹੁਤ ਡਰ ਲੱਗਦਾ ਹੈਗਾ dusri families the which Jirian community like I'm saying maybe it was happening I don't know behind closed doors but lagda siga ki sare normal sige sirf sadi family te ode naal fir tusi immigration de naal kinna hard hega oh stress upar mental illness jehdi bhi meri mom suffer kar rahi sige fir daddy the drinking alcohol in our community so many layers right to go deeper into the mental health concerns but ਲੱਗਦਾ ਸੀਗਾ ਕਿ ਕੋਈ ਤੁਸੀਂ ਲਾਈਕ ਟਰਨ ਨਹੀਂ ਕਰ ਸਕਦੇ ਸੀਗੇ ਕਿ ਹਾਂਜੀ ਇਹ ਸਾਨੂੰ ਸਹਾਰਾ ਦੇ ਸਕਦੇ ਨੇ ਇਹ ਸਾਡੀ ਮੰਮੀ ਦਾ ਡਾਕਟਰ ਦੇ ਨਾਲ ਅਪਾਇੰਟਮੈਂਟ ਬਣਾ ਕੇ ਚੰਗੀ ਤਰ੍ਹਾਂ ਲੈਂਗੁਏਜ ਵੀ ਨਹੀਂ ਸੀਗੀ ਰਾਈਟ ਸੋ ਮਮ ਕਿਵੇਂ ਫਾਈਂਡ ਆਊਟ ਕਰ ਸਕਦੇ ਸੀਗੇ ਕਿ ਕੀ ਹੈ ਕੀ ਉਹਨਾਂ ਦੇ ਨਾਲ ਕਿਵੇਂ ਐਕਸਪਲੇਨ ਕਰ ਸਕਦੇ ਸੀਗੇ so that's why I say ਹੁਣ ਤਾਂ ਸੋਚ ਦੇ ਨਾਲ it's everywhere the conversation about mental health in our community ਅਸੀਂ ਪੰਜਾਬੀ ਦੇ ਵਿੱਚ ਗੱਲ ਕਰ ਰਹੇ ਹਾਂ ਅੱਜ ਸਿੱਖ ਚੈਨਲ ਤੇ like ਇਹ ਤਾਂ ਕਦੇ ਕੋਈ ਗੱਲ ਹੋਈ ਸੋਚਿਆ ਵੀ ਨਹੀਂ ਸੀਗਾ ਕਿ ਜਦੋਂ ਅਸੀਂ ਛੋਟੇ ਸੀਗੇ ਕਿ ਇਹ ਜੇ ਅਸੀਂ ਦੇਖਦੇ ਟੀਵੀ ਤੇ ਅਸੀਂ ਕਹਿਣਾ ਸੀਗਾ ਇਹਨਾਂ ਨੂੰ ਤੁਸੀਂ ਫੋਨ ਕਰੋ ਇਹਨਾਂ ਨੂੰ ਪੁੱਛੋ ਕਿ ਸਾਡੀ ਮੰਮੀ ਦੇ ਨਾਲ ਕੀ ਹੈਗਾ ਫਿਰ just as we got older ਦੂਸਰੇ family members ਵੀ ਉਹਨਾਂ ਦੇ ਵਿੱਚ ਵੀ ਦੇਖਿਆ ਇਹ ਜਿਹਾ both effects of mental health so it's been a journey but yeah that was the first time for sure ਇਹ ਬਹੁਤ ਜਿਵੇਂ ਤੁਸੀਂ ਸਾਰਾ ਰੀਕਾਊਂਟ ਕੀਤਾ ਕਿੰਨੇ ਲੇਅਰਸ ਹੈਗੇ ਆ ਰਾਈਟ because ਇਸ ਦੇ ਵਿੱਚ ਜਿਵੇਂ ਵੀ ਤੁਸੀਂ ਐਕਸਪਲੇਨ ਕੀਤਾ ਫੈਮਿਲੀ ਡਾਇਨਾਮਿਕਸ ਲਾਈਕ ਬਿਟਵੀਨ ਤੁਹਾਡੇ ਮਮ ਐਂਡ ਡੈਡ ਆਰਗੂਮੈਂਟਸ ਹੋ ਰਹੀਆਂ ਸੀਗੀਆਂ ਤੁਹਾਡੀ ਮਮ ਮੈਂਟਲ ਇਲਨੈਸ ਨਾਲ ਸਟਰਗਲ ਕਰ ਰਹੀ ਸੀ ਤੁਸੀਂ ਆਦੇ ਡੈਡ ਦਾ ਵੀ ਮੈਂਸ਼ਨ ਕੀਤਾ ਡਰਿੰਕਿੰਗ ਦੇ ਨਾਲ ਐਡਿਕਸ਼ਨਸ ਵੀ ਆਲਸੋ ਇੱਕ ਮੈਂਟਲ ਇਲਨੈਸ ਹੈਗੀ ਆ ਐਂਡ ਆਈ ਥਿੰਕ ਇਸ ਦੇ ਸਾਰੇ ਸਿਚੁਏਸ਼ਨ ਦੇ ਵਿੱਚ ਇੰਨਾ ਕਨਫਿਊਜ਼ਡ ਹੋਣਾ ਕਿ ਇਹ ਕੀ ਹੈਗਾ ਇਹ ਕਿਉਂ ਹੋ ਰਿਹਾ ਐਂਡ ਤਾਂ ਹੀ ਅਸੀਂ ਅੱਜ ਦੀ ਕਨਵਰਸੇਸ਼ਨ ਸਾਡੇ ਵਿਊਅਰਸ ਨੂੰ ਲੈ ਕੇ ਆ ਰਹੇ ਹਾਂ ਤਾਂ ਹੀ ਅਸੀਂ ਸੋਚ ਦੀ ਪਲੇਟਫਾਰਮ ਸ਼ੁਰੂ ਕੀਤੀ ਆ ਬਿਕਾਜ਼ ਮੈਂ ਤੇ ਜਸਮੀਤ ਨੇ ਜਿਵੇਂ ਅਸੀਂ ਹਸਪੀਟਲ 'ਚ ਕੰਮ ਕੀਤਾ ਕਮਿਊਨਿਟੀ ਦੇ ਵਿੱਚ 5 ਸਾਲ ਬ੍ਰੈਂਪਟਨ ਦੇ ਵਿੱਚ ਕੰਮ ਕੀਤਾ ਜਿਹੜੇ ਸਾਡੇ ਸਾਊਥ ਏਸ਼ੀਅਨ ਆਪਣੀ ਕਮਿਊਨਿਟੀ ਹੈਗੀ ਆ ਕਿ ਬਹੁਤ ਕਲਾਇੰਟਸ ਨੂੰ ਸਰਵਿਸ ਕੀਤਾ ਈਵਨ ਦੋ ਉਹਨਾਂ ਨੂੰ ਸਰਵਿਸਿਜ਼ ਮਿਲ ਰਹੀਆਂ ਸੀ ਉਹਨਾਂ ਨੂੰ ਪੂਰੀ ਸਮਝ ਨਹੀਂ ਸੀਗੀ ਕਿ ਇਹ ਕੀ ਹੈਗਾ ਆ ਇਹ ਕਿਉਂ ਹੋ ਰਿਹਾ ਸੋ ਅੱਜ ਵੀ ਹੁਣ ਵੀ ਤੱਕ ਜਦੋਂ ਵੀ ਸਾਡੇ ਕੋਈ ਵੀ ਵਰਕਸ਼ਾਪਸ ਹੁੰਦੇ ਆ ਜਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਮਾਨਸਿਕ ਸਿਹਤ ਬਾਰੇ ਗੱਲ ਕਰਦੇ ਆ ਉਹ ਤੋਂ ਬਾਅਦ ਸੰਗਤ ਸਾਡੇ ਕੋਲ ਆਉਂਦੀ ਆ ਕਿ ਅਸੀਂ ਇਹਦੇ ਬਾਰੇ ਕਦੇ ਨਹੀਂ ਸੁਣਿਆ ਪਹਿਲੀ ਵਾਰ ਹਜੇ ਵੀ ਅਸੀਂ ਸੁਣ ਰਹੇ ਆ ਐਂਡ
you know ਹਜੇ ਬਹੁਤ ਕੰਮ ਹੈਗਾ ਆ ਆਪਾਂ ਨੂੰ ਕਰਨ ਲਈ ਕਮਿਊਨਿਟੀ ਦੇ ਵਿੱਚ ਕਿ ਇਹ ਐਜੂਕੇਸ਼ਨ ਆਪਾਂ ਨੂੰ ਪਹਿਲਾਂ ਕਿਉਂ ਨਹੀਂ ਮਿਲਦੀ you know ਜਦੋਂ ਤੁਹਾਡਾ ਸਕੂਲ ਦੇ ਵਿੱਚ ਐਕਸਪੀਰੀਅੰਸ ਸੀਗਾ ਜਾਂ ਛੋਟੇ ਹੁੰਦੇ ਸ਼ਾਇਦ you know ਗੁਰਦੁਆਰੇ ਜਾਂਦੇ ਹੋਏ ਜਾਂ ਕਮਿਊਨਿਟੀ ਦੇ ਵਿੱਚ ਪਲੱਗਡ ਇਨ ਸੀਗੇ ਇਹ ਮਿਸਿੰਗ ਇਨਫੋਰਮੇਸ਼ਨ ਕਿਉਂ ਸੀਗੀ ਪਰ ਉਸ ਦੇ ਨਾਲ ਤੁਸੀਂ ਕਿਹਾ like ਤੁਹਾਡੇ ਮਮ ਨੂੰ right specifically you know mom and dad ਜੇ ਤੁਸੀਂ ਉਹਨਾਂ ਦਾ ਵੀ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੈਗੇ ਹੋ ਪਰ ਤੁਹਾਡੇ ਮਮ ਦੇ ਮੈਂਟਲ ਇਲਨੈਸ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹਨਾਂ ਨੂੰ ਮੈਂਟਲ ਇਲਨੈਸ ਹੈਗਾ ਆ ਇਹ ਸਮਝ ਕਦੋਂ ਆਈ ਇਹ ਸਮਝ you know ਥੋੜੀ ਜੀ you know ਦੁੱਖ ਲੱਗਦਾ ਹੈਗਾ ਕਦੇ ਕਦੇ ਜਦੋਂ ਸੋਚਦੇ ਹੈਗੇ ਕਿ ਕਿਵੇਂ ਪਤਾ ਚੱਲਿਆ ਛੋਟੇ ਹੁੰਦੇ ਤਾਂ ਬਹੁਤ ਡਰਦੇ ਸੀਗੇ ਮੰਮੀ ਤੋਂ ਰਾਈਟ ਕਿ ਕੀ ਹੋ ਕੀ ਰਿਹਾ ਤੇ ਡੈਡੀ ਤੋਂ ਵੀ ਬਹੁਤ ਡਰਦੇ ਸੀਗੇ alcohol and you know violence ਤੁਹਾਨੂੰ ਪਤਾ ਹੀ ਹੈਗਾ ਕਿ ਕੀ mixture ਇਹਨਾਂ ਦਾ ਕੀ mental illness alcohol violence it's a recipe for disaster right so ਜਦੋਂ ਲੱਗਿਆ ਕਿ ਅਸੀਂ ਇਹ ਘਰ ਨੂੰ ਛੱਡ ਸਕਦੇ ਹਾਂ ਅਸੀਂ ਛੱਡਤਾ ਬਹੁਤ ਛੋਟੇ ਸੀਗੇ ਤੇ ਬਹੁਤ ਮੁਸ਼ਕਿਲ ਸੀਗਾ ਤੇ ਬਹੁਤ ਡਿਫਿਕਲਟੀਜ਼ ਦੇ ਨਾਲ ਆਪਣੇ ਪੈਰਾਂ ਤੇ ਖੜੇ ਹੋਏ ਪਰ ਖੜੇ ਹੋਏ ਤੇ resilience ਸੀਗੀ maybe my great grandfather fighting these things he was a freedom fighter I don't know ਪਰ ਸਾਡੀ community ਬਹੁਤ strong ਹੈਗੀ ਆ so ਉਹਨਾਂ ਤੋਂ even though there wasn't this direct support ਸਾਡੀ ਜਿਹੜੀ ਸਿੱਖੀ ਦੀ community ਹੈਗੀ ਆ ਸਾਡਾ culture ਜਿਹੜਾ ਹੈਗਾ ਇਹ warrior culture ਹੈਗਾ right ਤੇ ਜੋ ਕੁਛ ਮਰਜ਼ੀ ਹੋ ਰਿਹਾ ਘਰ ਦੇ ਵਿੱਚ ਮੈਨੂੰ always ਲੱਗਦਾ ਸੀਗਾ ਮੈਨੂੰ ਛੱਡਣਾ ਹੈਗਾ ਤੇ ਮੈਂ ਆਪਣੀ ਜ਼ਿੰਦਗੀ ਨੂੰ ਠੀਕ ਰੱਖਣਾ ਮੈਂ ਕਲੇਸ਼ ਦੇ ਵਿੱਚ ਨਹੀਂ ਆਪਣੀ ਲਾਈਫ ਦੇਖਣੀ ਸੋ ਜਦੋਂ ਮੈਂ ਘਰ ਨੂੰ ਛੱਡਿਆ ਉਦੋਂ ਮੈਨੂੰ ਲੱਗਿਆ ਕਿ ਮੈਂ ਹੈਲਪ ਕਰਨਾ ਚਾਹੁੰਦੀ ਹਾਂ ਆਪਣੀ ਕਮਿਊਨਿਟੀ ਨੂੰ ਮੈਂ ਪਤਾ ਕਰਨਾ ਚਾਹੁੰਦੀ ਹਾਂ ਕਿ ਮੇਰੀ ਮੰਮੀ ਨੂੰ ਕੀ ਹੈਗਾ even though ਮੇਰੀ ਮੰਮੀ ਆਪਣਾ ਡਾਇਗਨੋਸਿਸ ਨਹੀਂ ਕਰ ਸਕਦੇ ਹੈਗੇ ਤੇ ਡਾਕਟਰ ਨੂੰ comfortable nahi feel karte language karke culture jo kuch marji this is like over 10 years right main socha main ta kuch karna hai right so that's when I started to volunteer you know first time at Canadian Mental Health Association ਉੱਥੇ ਜਾ ਕੇ ਜਦੋਂ ਟ੍ਰੇਨਿੰਗ ਦੇ ਵਿੱਚ ਸੀਗੀ ਮੈਨੂੰ ਯਾਦ ਆ you know ਜਦੋਂ ਮੈਂ ਛੋਟੀ ਸੀਗੀ like I was in my teens just finishing high school and ਉੱਥੋਂ ਮੈਨੂੰ understanding ਪਹਿਲੀ ਵਾਰੀ ਹੋਈ ਕਿ ਇਹ ਜਿਹੜੀ you know depression ਤੇ bipolar disorder ਨੂੰ describe ਕਰ ਰਹੇ ਨੇ ਤੇ ਇਹ ਜਿਹੜੇ symptoms ਹੈਗੇ ਨੇ ਇਹ ਤਾਂ ਮੇਰੀ ਬਿਲਕੁਲ ਮੇਰੇ family member ਵਰਗੇ ਨੇ right so ਇਹ ਫਿਰ direct connect ਕੀਤਾ ਕਿ ਅੱਛਾ ਤੇ mom ਨੂੰ mental illness ਹੈਗੀ ਆ ਅੱਛਾ ਉਹਨੂੰ mental health depression bipolar ਜੋ ਕੁਝ ਹੋ ਰਿਹਾ ਹੈਗਾ ਕੋਈ connection ਬਣ ਰਿਹਾ ਹੁਣ ਇਹਦੇ ਲਈ so ਫਿਰ you know ਡਰ ਦੇ ਨਾਲ ਤਾਂ ਅਸੀਂ ਗੱਲ ਚੰਗੀ ਤਰ੍ਹਾਂ ਕੀਤੀ ਨਹੀਂ ਮੰਮੀ ਦੇ ਨਾਲ ਕਿਉਂਕਿ ਉਹਨਾਂ ਨੂੰ I guess you know because of the community and the concern of like people knowing you know that something's wrong because of how our culture ਆਪਣੀ ਪੰਜਾਬੀ culture ਕੋਈ ਚੰਗਾ word ਨਹੀਂ ਗਾ right ਆਪਾਂ ਕਹਿੰਦੇ ਆ ਪਾਗਲ ਇਹ ਹਿਲਿਆ ਹੋਇਆ just horrible words so who wants to describe themselves like that not my mom right so ਉਹ ਤਾਂ ਬਸ ਹਾਈਡ ਕਰ ਦੇਗੇ ਤੇ ਮੈਂ ਆਪਣੀ ਸਟੱਡੀ ਉਹਦੇ ਵਿੱਚ ਮੈਂ ਕਿਹਾ ਮੈਂ ਤਾਂ ਜੇ ਆਪਣੀ ਮਮ ਨੂੰ ਨਹੀਂ ਹੈਲਪ ਕਰਨਾ ਮੈਂ ਤਾਂ ਕਮਿਊਨਿਟੀ ਦੇ ਵਿੱਚ ਕਿਸੇ ਨੂੰ ਹੈਲਪ ਕਰਨਾ ਰਾਈਟ ਜਦੋਂ ਅਸੀਂ ਟਰਾਈ ਕਰਦੇ ਸੀਗੇ ਜਿੰਨਾ ਅਸੀਂ ਟਰਾਈ ਕਰਦੇ ਸੀਗੇ ਅਸੀਂ ਟਰਾਈ ਕੀਤੀ ਮਮ ਦੇ ਨਾਲ ਯੂ نو ਡੈਡ ਦੇ ਨਾਲ ਵੀ ਉਹਨਾਂ ਦੀ ਐਲਕੋਹਲ ਐਡਿਕਸ਼ਨ ਨਾਲ ਪਰ ਤੁਹਾਨੂੰ ਪਤਾ ਹੈਗਾ ਤੁਹਾਡੇ ਮੰਮੀ ਡੈਡੀ ਵੀ ਹੈਗੇ ਨੇ ਬਹੁਤ ਸਟਬਰਨ ਨੇ ਆਪਣੀ ਪੰਜਾਬੀ ਕਮਿਊਨਿਟੀ ਹਨਾ ਤੇ ਇੰਡੀਆ ਤੋਂ ਆ ਕੇ ਉਹਨਾਂ ਨੂੰ ਕਦੇ ਸੋਚਿਆ ਨਹੀਂ ਸੀ ਕਿ ਇਹ ਫੇਸ ਕਰਨੀ ਹੈਗੀ so many difficulties with settlements in Canada racism you know cultural differences and then on top of that you know not getting a good job poverty so you know they had a lot to deal with and that's the realization the piece ਮੈਂ ਬਣਾ ਰਹੀ ਹੈਗੀ ਆ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਕਿ ਇਹਨਾਂ ਨੂੰ ਵੀ ਬਹੁਤ difficulties ਦੇਖੀਆਂ ਇਹ easy ਨਹੀਂਗਾ ਇਹ ਜਿਹੜਾ you know the continuum of health that we talk about right ਕਿ all of these things have to line up for you to have good mental health. Your community support, your making good money, you know, so you can access good services, your family support, your culture. Gurdwara de vich hona chahiye jada, you know. I don't know what it is exactly, but still figure out kar rahe hain, par mainu yeah, jadon main volunteer kar rahi si ki tusi puchya, sorry main thoda ja story both you know, going in different directions. But yeah, it was when I was volunteering at CMHA, I could make that connection the way that they explained it to me. And then the journey has just been going. You know, jinna ho sake aisi find out kar rahe hain because
after that meri bhi journey start ho gayi. My own anxiety issues, I got my diagnosis, you know, when I was starting a business finally. ਅਸੀਂ ਕਹਿੰਦੇ ਅਸੀਂ ਬਹੁਤ resilient ਹੈਗੇ ਆ, ਪਰ ਸਾਨੂੰ ਵੀ resilience ਦੇ ਨਾਲ setbacks ਹੁੰਦੀਆਂ ਹੈਗੀਆਂ ਨੇ community ਦੇ ਵਿੱਚ, right? Up a strong woman, right? Strong Punjabi woman, but we also have our own setbacks. And watching that trauma growing up, I didn't think that it was going to have such an effect on me, but hoya. So I've been, you know, then diagnosed with anxiety and depression, but ਮੈਨੂੰ ਪਤਾ ਹੈਗਾ ਕਿ ਕੀ ਹੋ ਰਿਹਾ ਮੈਨੂੰ, ਕਿਉਂਕਿ ਮੈਨੂੰ ਹੁਣ study ਕੀਤਾ, ਮੈਨੂੰ ਜਦੋਂ ਮੈਂ ਸੀਗੀ mental health ਦੀ organization ਦੇ ਵਿੱਚ, ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਹੋ ਸਕਦਾ ਤੁਹਾਨੂੰ diagnosis, ਪਰ ਤੁਸੀਂ ਆਪਣੀ life full live ਕਰ ਸਕਦੇ ਹੋ, ਤੁਸੀਂ happy ਹੋ ਸਕਦੇ ਹੋ, ਤੁਸੀਂ medication ਲੈ ਸਕਦੇ ਹੋ, ਤੁਸੀਂ therapy ਕਰ ਸਕਦੇ ਹੋ, ਤੁਸੀਂ ਸੋਚ ਵਰਗੀਆਂ organizations, back then you guys weren't there, but you know, they gave me resources, right? And that's where, again, health, right? Community, you know, resources, information sharing. That's where you get the support and you can live a full life. This ਤੁਹਾਡੀ ਜ਼ਿੰਦਗੀ ਹੋ ਸਕਦੀ ਹੈਗੀ ਆ full, both, you know, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਾਂ ਮੈਨੂੰ ਇਹ ਹੋ ਰਿਹਾ, ਤੇ ਜੇ ਮੈਨੂੰ ਇਹ ਹੋ ਰਿਹਾ ਮੇਰੇ ਬੱਚਿਆਂ ਨੂੰ affect ਹੋ ਰਿਹਾ, ਤੇ ਮੇਰੇ, you know, community ਨੂੰ ਵੀ affect ਹੋ ਸਕਦਾ. So I have to get help. You have to want help, right? So jad ਤੁਸੀਂ ਦੱਸਿਆ ਕਿ ਤੁਹਾਨੂੰ ਖੁਦ you know ਥੋੜੀ like inkling ਹੋਈ ਕਿ okay ਸ਼ਾਇਦ ਮੇਰੇ mom ਨੂੰ you know depression ਆ ਜਾਂ ਆਇਆ ਕਿ ਤੁਸੀਂ ਉਹ course ਕੀਤਾ ਸੀ, training ਕੀਤੀ ਸੀ, so ਹੁਣ ਤੁਹਾਨੂੰ ਪਤਾ ਲੱਗ ਗਿਆ ਔਰ ਤੁਹਾਨੂੰ ਥੋੜੀ ਜੀ understanding ਹੋ ਰਹੀ ਕਿ ਸ਼ਾਇਦ ਮੇਰੇ mom ਨੂੰ mental health illness ਦੀ problem ਹੈਗੀ ਆ, ਫਿਰ ਤੁਸੀਂ ਅੱਗੇ like ਉਹਨਾਂ ਨੂੰ approach ਕਿੱਦਾਂ ਕੀਤਾ, like ਤੁਸੀਂ doctor ਦੇ ਗਏ, because ਅਸੀਂ diagnosis ਬਾਰੇ ਗੱਲ ਕਰਦੇ ਆ, and ਜਿੱਦਾਂ ਤੁਸੀਂ ਕਿਹਾ ਕਿ even though ਤੁਹਾਨੂੰ depression ਦਾ ਜਾਂ anxiety ਦਾ ਜਾਂ ਕੋਈ ਵੀ ਹੋਰ ਮਾਨਸਿਕ illness ਦਾ label ਹੈਗਾ ਆ, ਇਹਦਾ ਇਹ ਮਤਲਬ ਨਹੀਂ ਕਿ ਇਹ ਕੋਈ limitation ਆ, ਤੁਸੀਂ ਆਪਣੀ ਪੂਰੀ life still ਜੀ ਸਕਦੇ ਆ, ਪਰ ਜਦ ਕਿਸੇ ਨੂੰ diagnosis ਮਿਲਦਾ ਆ, ਅੱਗੇ ਜਾ ਕੇ ਉਹਨਾਂ ਦੀ ਥੋੜੀ beneficial help ਹੁੰਦੀ ਆ, because ਹੁਣ ਅਸੀਂ ਸਮਝ ਸਕਦੇ ਆ ਕਿ okay ਇਹਨਾਂ ਦਾ behavior ਕਿਉਂ ਇਸ ਤਰ੍ਹਾਂ ਹੈਗਾ ਆ, ਜਿਹੜਾ diagnosis ਆ ਉਹ explain ਕਰ ਸਕਦਾ ਆ, ਅੱਗੇ ਜਾ ਕੇ ਜਿਹੜੀ treatment ਹੁੰਦੀ ਆ ਹਰ ਬਿਮਾਰੀ ਲਈ ਅਲੱਗ ਹੁੰਦੀ ਆ, so ਜੇ ਸਾਨੂੰ ਪਤਾ ਕਿ ਤੁਹਾਨੂੰ ਕਿਹੜੀ problem ਹੈਗੀ ਆ, ਤੁਸੀਂ effectively ਉਹਦੀ treatment ਲੱਭ ਸਕਦੇ ਆ, so that's what I'm trying to get at, so ਕਿ ਜਦ ਤੁਹਾਨੂੰ idea ਹੋਇਆ ਕਿ ਸ਼ਾਇਦ ਮੇਰੇ mom ਨੂੰ ਇਹ problem ਹੈਗੀ ਆ, ਫਿਰ ਤੁਸੀਂ ਅੱਗੇ ਕੀ ਕੀਤਾ, ਉਹਨਾਂ ਦੀ ਕਿਸ ਤਰੀਕੇ ਦੇ ਨਾਲ ਮਦਦ ਕੀਤੀ, ਕਿ ਉਹਨਾਂ ਨੂੰ ਕੋਈ diagnosis ਮਿਲਿਆ ਸੀ? ਹਾਂਜੀ, ਤੇ ਜੋ ਮੈਨੂੰ ਲੱਗਦਾ ਪਹਿਲੀ ਵਾਰੀ ਜਦੋਂ ਮੰਮੀ ਨੇ ਖੁੱਲ ਕੇ ਸਾਨੂੰ ਦੱਸਿਆ ਕਿ ਕੀ ਉਹਨਾਂ ਨੇ ਡਾਕਟਰ ਨੇ ਕੀ ਕਿਹਾ ਹੈਗਾ, ਉਹ still you know ਸੀਗਾ ਕਿ ਨਹੀਂ ਉਹ ਤਾਂ ਐਵੇਂ ਡਾਕਟਰ ਮੈਨੂੰ ਕਹਿੰਦਾ ਰਹਿੰਦਾ ਹੈ ਕਿ ਮੈਨੂੰ ਡਿਪਰੈਸ਼ਨ, ਪਤਾ ਮੈਨੂੰ ਕੋਈ ਡਿਪਰੈਸ਼ਨ ਨਹੀਂ, ਇਹ ਤਾਂ you know ਕਰਕੇ ਪੈਸੇ ਹੈ ਨਹੀਂ ਗਏ, ਤੇ you know ਅਸੀਂ welfare ਤੇ ਸੀਗੇ mom, right? ਕਿਉਂਕਿ ਉਹਨਾਂ ਨੂੰ ਕੋਈ job ਉਹ ਰੱਖ ਨਹੀਂ ਸਕਦੇ ਸੀਗੇ, job ਦੇ ਵਿੱਚ ਜਾ ਕੇ ਵੀ ਕੋਈ ਨਾ ਕੁਛ ਉਹ ਮੇਰੇ ਬਾਰੇ ਗੱਲ ਕਰ ਰਹੇ ਨੇ, and that's part of her illness, right? She really tried, but the illness was always coming into effect. And ਜਿਵੇਂ ਅਸੀਂ ਫਿਰ support ਕੀਤਾ, ਜਦੋਂ ਮੈਨੂੰ ਪਤਾ ਚੱਲਿਆ, ਫਿਰ ਮੈਂ ਆਪਣੀ mom ਨੂੰ ਐਵੇਂ light ਦੇ ਵਿੱਚ ਦੇਖ ਸਕਦੀ ਸੀ ਕਿ ਇਹ ਇਹਨਾਂ ਦਾ fault ਨਹੀਂਗਾ, ਇਹਨਾਂ ਦਾ ਕਸੂਰ ਨਹੀਂਗਾ, ਇਹ ਕਿਸੇ ਨੂੰ ਵੀ ਹੋ ਸਕਦਾ, ਤੇ ਫਿਰ ਮੈਨੂੰ ਜ਼ਿਆਦਾ empathy ਤੁਸੀਂ ਕਹਿ ਲਓ ਆਪਣੀ ਪੰਜਾਬੀ ਦੇ ਵਿੱਚ, I don't know the word, ਤੇ ਕਿ you know ਜ਼ਿਆਦਾ empathy ਕਹਿ ਲਓ, right? I think ਹਮਦਰਦੀ ਮਿਲੀ ਜਦੋਂ ਮੈਨੂੰ ਮੇਰਾ diagnosis ਹੋਇਆ, right? So then when you have your own struggles with anxiety and depression, you're like, I don't know, it just makes you more ਹਮਦਰਦ ਹੋ ਜਾਂਦੇ ਹੋ ਤੁਸੀਂ, ਤੁਹਾਨੂੰ feel ਹੁੰਦਾ ਹੈਗਾ ਕਿ ਇਹ ਮੇਰਾ loved one ਜਿਹੜਾ ਹੈਗਾ, ਜਿਨ੍ਹਾਂ ਨੂੰ ਅਸੀਂ ਇੰਨਾ ਪਿਆਰ ਕਰਦੇ ਹਾਂ, ਇਹ ਮੈਨੂੰ ਇੰਨਾ ਦੁੱਖ ਹੋ ਰਿਹਾ ਹੈਗਾ, ਇਹਨਾਂ ਨੂੰ ਵੀ ਇੰਨਾ ਦੁੱਖ ਸੀਗਾ, okay, different ਹਮਦਰਦੀ ਹੋ ਜਾਂਦੀ ਹੈਗੀ ਆ, right? So ਮੇਰੇ ਲਈ personally ਮੇਰਾ experience ਇਹ ਸੀਗਾ ਕਿ ਮੈਨੂੰ just ਜ਼ਿਆਦਾ experience, ਜਦੋਂ ਮੈਨੂੰ ਪਤਾ ਚੱਲਿਆ ਕਿ ਇਹ ਹੈਗੀ ਆ diagnosis mom ਦੀ, ਅਸੀਂ ਉਹਨਾਂ ਨੂੰ ਪੁੱਛ ਕੇ ਫਿਰ ਦੇਖਿਆ ਕਿ ਸਾਡੀ ਸਮਝ ਹੋਈ ਕਿ community ਦੇ ਵਿੱਚ ਇਹ ਕੋਈ ਲਫ਼ਜ਼ ਵੀ ਨਹੀਂਗਾ ਚੰਗੀ ਤਰ੍ਹਾਂ, ਹਨਾ ਅਸੀਂ ਕਹਿ ਸਕਦੇ ਹਾਂ, ਜਿਹਦੇ ਨਾਲ ਤੁਸੀਂ you know you can openly say like this is what's wrong with me, like people have cancer and they can openly say it, and it's met with so much love and support.
But when you say you have a mental illness in our community, I've never seen that really be, you know, back then. It's different now. So for me, I think मैं just ਇਹ try ਕਰਨ ਲੱਗ ਗਈ ਸੀਗੇ ਮੈਂ ਤੇ ਮੇਰੀ sisters ਕੇ mom ਨੂੰ ਜਿਹੜੇ ਵੀ ਉਹ level ਤੇ ਸੀਗੇ ਉਸ ਦਿਨ ਅਸੀਂ ਸਮਝਣ ਲੱਗ ਗਏ ਉਹਨਾਂ ਦੇ symptoms ਨੂੰ ਕਿ okay today mom's having a bad day ਤੇ ਜਿਹੜਾ ਮੈਂ ਪੜਿਆ ਸੀਗਾ ਇਹਨਾਂ ਦੀ illness ਬਾਰੇ ਇਹਨਾਂ ਨੂੰ ਐਵੇਂ approach ਕਰੋ ਇਹਨਾਂ ਨੂੰ you know take her for a walk in nature offer her some sort of you know tell her not to eat a lot of sugar because food affects your mood. Coffee jada na piyo. You know, just chotiyan gallan unna nu offer karo because medication is her choice in this country. So even having those conversations ke oh socha main sunya ke onna di mom onna nu bhi depression sigi like relate karna ajiyan conversations tusi karo onna de naal ਕਿ ਦੂਸਰੇ ਲੋਕ ਵੀ community ਦੇ ਵਿੱਚ ਬਹੁਤ ਲੋਕ depression experience ਕਰ ਰਹੇ ਨੇ mom ਤੁਸੀਂ ਵੀ try ਕਰੋ ਹਨਾ ਫਿਰ ਉਹਦੇ ਨਾਲ ਹੋ ਜਾਂਦਾ ਹੈਗਾ ਤੁਹਾਨੂੰ ਪਤਾ ਹੀ ਆ ਆਪਾਂ ਕਹਿੰਦੇ ਆ oh that person has it too and they're feeling better okay let me try that too so I tried those tactics with my mom and ਮੈਂ ਅੱਜ ਤੱਕ ਇਹੀ tactic try ਕਰਦੇ ਆ ਪਰ mom ਜਦੋਂ ਇੰਡੀਆ ਜਾਂਦੇ ਨੇ ਉਹ ਬਹੁਤ good feel ਕਰਦੇ ਨੇ so ਜਿੰਨਾ ਵੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਅਸੀਂ mom ਨੂੰ ਇੰਡੀਆ ਭੇਜ ਦਿੰਦੇ ਹੈਗੇ ਆ ਤੇ ਉੱਥੇ ਉਹ ਖੇਤੀਬਾੜੀ ਕਰਦੇ ਹੈਗੇ ਨੇ ਤੇ ਉਹਨਾਂ ਦਾ you know garden ਹੈਗਾ ਤੇ ਸਾਨੂੰ ਪਤਾ ਚੱਲ ਗਿਆ over the years what's working for mom you know so again you know just understanding that person's illness and the symptoms meeting them where they're at you know ਪਤਾ ਚੱਲ ਕੇ ਕਿ ਇਹਨਾਂ ਦਾ ਅੱਜ ਦਿਨ ਚੰਗਾ ਨਹੀਂ ਚੱਲ ਰਿਹਾ bipolar disorder okay it says that you know learn about your loved one's diagnosis and meet them where they're at on a daily basis ਉਹਨਾਂ ਦੇ ਨਾਲ ਗੱਲ ਕਰੋ support ਕਰੋ ਗੱਲ always ਹੋਣੀ it doesn't always have to be about their diagnosis you know meet them where they're at take them for walks nature ਜਿੰਨਾ ਤੁਸੀਂ ਕਰ ਸਕਦੇ ਹੈਗੇ ਹੋ support ਤੁਸੀਂ ਕਰੋ ਤੇ ਆਪਣੀ own mental health ਨੂੰ ਤੁਸੀਂ ਵੀ support ਕਰੋ ਕਿ ਜੇ ਉਹਨਾਂ ਦਾ you know ਲੱਗਦਾ ਹੈਗਾ ਕਿ ਤੁਹਾਨੂੰ ਵੀ ਬਹੁਤ affect ਹੋ ਰਿਹਾ take breaks right from your loved one it's okay to do that as well I hope that answers that question yeah ਨਹੀਂ ਜਿਵੇਂ ਤੁਸੀਂ share ਕੀਤਾ ਬਿਲਕੁਲ like ਇੱਕ ਦੂਜੇ ਨੂੰ ਇਨਸਾਨ ਨਾਲ treat ਕਰੋ ਆਪਦੇ ਆਪ ਨੂੰ ਇਨਸਾਨ ਵਾਂਗੂ treat ਕਰੋ ਉਹਨਾਂ ਨੂੰ ਇਨਸਾਨ ਵਾਂਗੂ treat ਕਰੋ ਉਹਨਾਂ ਨੂੰ ਬਿਮਾਰੀ through ਨਾ ਦੇਖੋ ਕਿ you know but I think ਜਿਹੜਾ ਤੁਸੀਂ share ਕੀਤਾ maybe coincidence ਜਾਂ ਤੁਹਾਡੀ internal drive ਵੀ ਸੀਗੀ ਮੈਂ ਜਾ ਕੇ mental health organization ਨਾਲ ਕੰਮ ਕਰਨਾ ਆ ਇਹ ਮੈਂ ਕੰਮ ਕਰਨਾ ਆ ਹੋਰ ਸਿੱਖਣਾ ਆ ਤਾਂ ਹੀ even ਮੈਂ ਤੇ ਜਸਮੀਤ ਅੱਜ ਇੱਥੇ ਬੈਠੇ ਆ ਕਿ ਸਾਡੇ ਘਰ ਦੇ ਵਿੱਚ mental health ਅਸੀਂ ਦੇਖੀ struggle ਦੇਖੀ ਹੋਈ ਆ ਤੇ ਸਾਨੂੰ ਸੀਗਾ ਕਿ ਇੱਕ ਹੋਰ ਬੰਦਾ ਨਾ struggle ਕਰੇ and ਜਿਹੜਾ ਤੁਸੀਂ ਸਾਡੇ ਨਾਲ join ਕਰ ਰਹੇ ਹੋ you know ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਈ ਵਾਰ ਆਪਣੇ family ਬਾਰੇ ਦੱਸਣਾ ਆਪਾਂ ਨੂੰ ਕਈ ਵਾਰ ਔਖਾ ਲੱਗਦਾ right ਆਪਾਂ ਕਿਸ ਤਰੀਕੇ ਨਾਲ ਕਿਸੇ ਬਾਰੇ ਗੱਲ ਕਰ ਸਕਦੇ ਹਾਂ ਸ਼ਾਇਦ ਤੁਸੀਂ ਜ਼ਰੂਰੀ ਨਹੀਂ ਹੈਗਾ ਕਹਿਣਾ ਘਰ ਦੇ ਵਿੱਚ ਕੌਣ ਤੁਸੀਂ ਐਂ ਕਹਿ ਸਕਦੇ ਹੋ ਮੈਂ ਕਿਸੇ ਨੂੰ ਜਾਣਦੀ ਹੈਗੀ ਆ ਜਾਂ ਜਾਣਦਾ ਆ ਜਿਹੜਾ struggle ਕਰ ਰਿਹਾ ਹੈ ਉਹਨਾਂ ਦੀ symptoms ਇਹ ਹੈਗੇ ਆ ਪਰ ਆਪਾਂ you know education through ਇਹ ਇਕੱਲਾ professionals ਦਾ ਕੰਮ ਨਹੀਂ ਹੈਗਾ ਕਿ ਉਹ mental health ਬਾਰੇ ਸਿੱਖਣ ਤੇ ਆ ਕੇ ਤੁਹਾਡੀ family circumstances ਨੂੰ fix ਕਰਨ right ਤਾਂ ਹੀ ਸੋਚਦਾ ਹੈਗਾ ਕਿ ਆਪਾਂ ਸਾਰੇ ਆਪਣੀ ਸੋਚ ਬਦਲੀਏ ਆਪਾਂ ਸਾਰੇ ਮਾਨਸਿਕ ਸਿਹਤ ਬਾਰੇ like sikhiye because in life we're all going to go through hard times you know especially ਹੁਣ covid ਦੇ ਨਾਲ ਕਈ ਲੋਕ ਜੇ ਸ਼ਾਇਦ ਪਹਿਲਾਂ ਨਹੀਂ mental health experience ਕਰ ਰਹੇ ਸੀ ਹੁਣ ਉਹਨਾਂ ਨੂੰ anxiety ਦੇ symptoms depression ਦੇ symptoms ਤੇ ਉਹਨਾਂ ਨੂੰ ਪਤਾ ਨਹੀਂ ਹੈਗਾ ਅਸੀਂ ਕੀ ਕਰੀਏ ਜਾਂ ਬੱਚਿਆਂ ਨੂੰ ਕਿਵੇਂ ਸੰਭਾਲੀਏ so ਜਿਹੜੀ ਇਹ family awareness ਹੈਗੀ ਆ community awareness ਹੈਗੀ ਆ ਇਹ ਸਾਰਿਆਂ ਦੀ responsibility ਹੈਗੀ ਆ and you know ਤੁਸੀਂ ਆਦੇ community ਦੇ ਵਿੱਚ check ਕਰੋ conversations ਹੋ ਰਹੇ ਆ ਆਦੇ doctor ਨੂੰ ਪੁੱਛੋ community organizations ਕਿਹੜੀਆਂ ਹੈਗੀਆਂ ਜਾਂ ਸਾਨੂੰ email ਕਰੋ message ਕਰੋ ਅਸੀਂ ਤੁਹਾਨੂੰ ਇਹ information share ਕਰੀਏ ਪਰ ਮੈਂ really appreciate ਕੀਤਾ ਕਿ ਤੁਸੀਂ ਆਦੇ mom ਦੇ ਨਾਲ holistic approach ਲਿਆ right ਦਵਾਈ ਵੀ important ਹੁੰਦੀ ਹੈ ਕਈ ਲੋਕ ਹੁਣ ਜਿਵੇਂ ਆਪਾਂ depend ਕਰਦੇ ਆ ਆਪਣਾ ਮਾਨਸਿਕ ਸਿਹਤ ਕਿਹੜੇ spectrum ਤੇ ਹੈਗਾ ਆ ਤੇ ਆਪਾਂ ਨੂੰ ਕਈ ਵਾਰ awareness ਜ਼ਿਆਦਾ ਹੁੰਦੀ ਆ ਆਪਾਂ ਨੂੰ ਸਮਝ ਹੁੰਦੀ ਆ ਕਿ ਹਾਂ ਮੈਂ ਠੀਕ ਨਹੀਂ ਹੈਗੀ ਮੈਨੂੰ help ਦੀ ਲੋੜ ਆ ਪਰ ਕਈ ਵਾਰ ਮਾਨਸਿਕ ਸਿਹਤ ਦੀਆਂ ਬਿਮਾਰੀਆਂ ਇੰਨੀਆਂ ਵੱਧ ਜਾਂਦੀਆਂ ਆਪਾਂ ਨੂੰ ਪੂਰੀ awareness ਨਹੀਂ ਹੁੰਦੀ ਕਿ ਅਸੀਂ ਬਿਮਾਰ ਹੈਗੇ ਆ
and ਉਸ ਦੇ ਵੇਲੇ person ਨੂੰ convince ਕਰਨਾ ਕਿ ਉਹਨਾਂ ਨੂੰ help ਦੀ ਲੋੜ ਆ, it can be very hard. So ਤੁਸੀਂ ਆਦੇ mental health organizations ਨੂੰ phone ਕਰੋ, even ਜੇ ਤੁਸੀਂ ਆਦੇ family doctor ਦੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਉਹਨਾਂ ਨੂੰ phone ਕਰਕੇ ਕਹਿ ਸਕਦੇ ਹੋ ਕਿ ਸਾਨੂੰ ਲੰਬੀ appointment ਚਾਹੀਦੀ ਆ, ਅਸੀਂ ਮਾਨਸਿਕ ਸਿਹਤ ਬਾਰੇ ਕੋਈ issue ਹੈਗੀ ਆ, ਫਿਰ ਸਾਨੂੰ ਆਈ ਨਹੀਂ ਹੈਗਾ ਮੈਨੂੰ time ਹੈਗਾ, ਮੈਨੂੰ ਕੋਈ ਸਿਰਫ 10 ਮਿੰਟ ਹੈਗੇ ਆਦੇ problem share ਕਰਨ ਦੇ ਨਾਲ। But I think ਜਿਹੜੀਆਂ ਚੀਜ਼ਾਂ ਤੁਸੀਂ ਅੱਜ share ਕੀਤੀਆਂ practical tips, ਜਿੱਥੇ ਉਹ person ਹੈਗਾ ਆ, ਤੁਸੀਂ ਉਹਨਾਂ ਨੂੰ ਉੱਥੇ ਮਿਲੋ patience ਦੇ ਨਾਲ। And ਅਸੀਂ really appreciate ਕਰਦੇ ਹਾਂ ਕਿ ਤੁਸੀਂ ਇੰਨਾ ਕੁਝ share ਕੀਤਾ, not only about a family member, but ਆਪਦੇ ਮਾਨਸਿਕ ਸਿਹਤ ਬਾਰੇ। So ਹੁਣ ਤੁਸੀਂ ਆਪਦੀ mental health ਨੂੰ ਕਿਵੇਂ manage ਕਰ ਰਹੇ ਹੋ, ਤੁਹਾਡਾ journey ਉਹਦੇ ਵਿੱਚ ਕਿਵੇਂ ਰਿਹਾ? I think for ਮੇਰੇ ਲਈ ਮੈਨੂੰ ਲੱਗਦਾ ਮੇਰੀ mom regardless ਕਿ ਉਹਨਾਂ ਦੀ mental health ਦੇ ਨਾਲ ਕੀ ਹੋ ਰਿਹਾ ਸੀਗਾ, ਉਹ always make sure ਕਰਦੇ ਸੀਗੇ ਕਿ ਸਾਡਾ ਖਾਣਾ ਜਿਹੜਾ ਬਹੁਤ wholesome ਹੈਗਾ, lots of fruits and vegetables, lots of creativity in the house, lots of art, lots of music, so lots of movement. Te fir mere liye ta always professional dancer sigi for 10 years. Te mere liye always a holistic approach meri mental health de naal minu always ode naal sahara milda siga. That is what makes me feel whole when it comes to my mental health. So aaj jehde mere diagnosis, anxiety, depression, post traumatic disorder, ਮੈਨੂੰ ਪਤਾ ਹੈਗਾ ਕਿ ਮੇਰਾ yoga, meditation is very important for me, but also boundaries ਜਿਹੜੀਆਂ ਮੈਂ mention ਕੀਤੀਆਂ ਹੈਗੀਆਂ ਨੇ, ਜਿਹੜੇ ਆਪਣੇ ਲਈ time ਰੱਖੋ। ਕਦੇ ਕਦੇ ਅਸੀਂ ਸੋਚਦੇ ਹੈਗੇ ਕਿ mom ਨੂੰ ਤਾਂ ਮੈਂ ਬਹੁਤ ਪਿਆਰ ਕਰਦੀ ਹਾਂ ਤਾਂ ਹੀ ਮੈਂ ਇਸ ਕੰਮ ਦੇ ਵਿੱਚ ਹੈਗੀ ਹਾਂ, right? ਆਪਣੀ community ਨੂੰ ਮੈਂ ਬਹੁਤ ਪਿਆਰ ਕਰਦੀ ਹਾਂ, that's why I'm in this work, ਪਰ ਆਪਣੇ ਆਪ ਨੂੰ ਵੀ ਬਹੁਤ ਪਿਆਰ ਦੇਣਾ ਹੈਗਾ, ਇਹ ਗੱਲ ਤੁਹਾਡੇ ਲਈ ਪਹਿਲੀ ਗੱਲ ਹੈਗੀ ਆ। ਤੁਸੀਂ ਕਿਸੇ ਹੋਰ ਨੂੰ ਪਿਆਰ ਨਹੀਂ ਕਰ ਸਕਦੇ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਪਿਆਰ ਕਰੋ, right? So ਮੈਂ ਬਹੁਤ focus ਕਰਦੀ ਹੈਗੀ ਆ। It's hard because ਅਸੀਂ ਜਿਹੜੇ ਹੈਗੇ ਆ ਇਸ ਕੰਮ ਦੇ ਵਿੱਚ, ਅਸੀਂ empath, ਹਮਦਰਦ ਹੈਗੇ ਆ naturally, right? ਪਰ ਮੈਂ ਬਹੁਤ ਕੋਸ਼ਿਸ਼ ਕਰਦੀ ਆ ਹਮਦਰਦ ਜਿਹੜੀ ਮੈਂ ਹੈਗੀ ਆ, ਜਿਹੜਾ ਮੈਂ ਕੰਮ, ਮੈਨੂੰ ਪਤਾ ਹੈ ਮੇਰੀ purpose ਹੈ, ਮੇਰੀ mission ਹੈਗੀ ਆ ਕਿ mental health ਨੂੰ ਚੰਗੀ ਨਜ਼ਰ ਦੇ ਨਾਲ ਅਸੀਂ ਆਪਣੀ ਕਮਿਊਨਿਟੀ ਨੇ ਦੇਖਣਾ ਹੈਗਾ ਤੇ ਅਸੀਂ ਅੱਗੇ ਹੋਣਾ ਹੈਗਾ, right? ਮੇਰੀ ਮਿਸ਼ਨ ਹੈਗੀ ਆ, ਪਰ like I said, ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਪਿਆਰ ਦੇ only I can do this work ਜੇ ਮੈਂ ਆਪਣੇ ਆਪ ਨੂੰ ਪਹਿਲਾਂ ਪਿਆਰ ਦਵਾਂ। So yoga, meditation, therapy, being involved in organizations like yours, it meri healing journey ਹੈਗੀ ਆ ਮੇਰੀ own। ਤੇ ਮੈਂ ਕਹਿ ਸਕਦੀ ਹਾਂ ਮੇਰੀ mom, she's doing really good today, she's in India, like I said, ਉੱਥੇ ਉਹਨਾਂ ਨੂੰ ਬਹੁਤ ਸੁੱਖ ਮਿਲਦਾ ਹੈਗਾ। ਸ਼ਾਇਦ like we talked, ਕਿ maybe it was just that holistic approach for my mom, the medication, it's been an up and down, but ਜਦੋਂ ਉਹ ਉੱਥੇ ਹੈਗੇ ਨੇ, ਉਹ ਉਹਨਾਂ ਨੂੰ they feel really good, yeah। So ਜਿੱਦਾਂ ਤੁਸੀਂ share ਕੀਤਾ ਕਿ boundaries ਵੀ ਹੋਣੀਆਂ ਚਾਹੀਦੀਆਂ, I think ਇਹਦੇ ਤੇ ਵੀ ਅਸੀਂ ਇੱਕ ਹੋਰ specific episode ਕਰਾਂਗੇ, because especially ਸਾਡੇ ਪੰਜਾਬੀ culture ਦੇ ਵਿੱਚ ਅਸੀਂ ਬਹੁਤ collectively ਰਹਿੰਦੇ ਆ, ਹਨਾ, ਇੱਕ ਦੂਜੇ ਬਾਰੇ ਸੋਚਦੇ ਆ, sometimes ਆਪਣੀਆਂ ਜਿਹੜੀਆਂ needs ਹੁੰਦੀਆਂ ਆ ਉਹ ਬਾਅਦ ਵਿੱਚ ਅਸੀਂ ਸੋਚਦੇ ਆ, sometimes ਉਹਦੇ ਬਾਰੇ ਅਸੀਂ ਖਿਆਲ ਵੀ ਨਹੀਂ ਕੀਤਾ ਕਿ ਮੇਰੀ needs ਕੀ ਹੈਗੀਆਂ ਆ। So I think ਜਦ ਅਸੀਂ mental health ਬਾਰੇ ਗੱਲ ਕਰਦੇ ਆ, and ਜੇ ਅਸੀਂ family member ਹੈਗੇ ਆ ਤੇ ਅਸੀਂ ਆਪਣੇ loved one ਨੂੰ support ਕਰ ਰਹੇ ਆ, ਇਹ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਮਾਨਸਿਕ ਸਿਹਤ ਦਾ ਵੀ ਖਿਆਲ ਰੱਖੀਏ। English ਦੇ ਵਿੱਚ saying ਹੈਗੀ ਆ ਕਿ you can't pour from an empty cup। ਜੇ ਤੁਹਾਡੀ ਖੁਦ ਦੀ ਮਾਨਸਿਕ ਸਿਹਤ ਇੰਨੀ healthy ਨਹੀਂ ਹੈਗੀ, ਫਿਰ ਤੁਸੀਂ ਅੱਗੇ ਜਾ ਕੇ ਆਪਣੇ family members ਦੀ ਮਾਨਸਿਕ ਸਿਹਤ ਨੂੰ ਕਿਸ ਤਰੀਕੇ ਦੇ ਨਾਲ support ਕਰ ਸਕਦੇ ਆ। So ਅਸੀਂ really appreciate ਕਰਦੇ ਆ ਕਿ ਤੁਸੀਂ ਆਪਣੇ ਖੁਦ ਦੇ ਲਾਈਫ ਦੇ ਐਗਜ਼ਾਮਪਲਸ ਦਿੱਤੇ, ਐਂਡ ਤੁਸੀਂ ਇੰਨੀ bravery ਦੇ ਨਾਲ ਆਪਣੀ ਕਹਾਣੀ ਸ਼ੇਅਰ ਕੀਤੀ, ਕਿਉਂਕਿ ਆਪਣੀ ਪਰਸਨਲ ਕਹਾਣੀ ਦੱਸਣੀ easy ਨਹੀਂ ਹੁੰਦੀ ਆ। ਐਂਡ ਸਾਡਾ ਅੱਜ ਦਾ ਹੋਪ ਇਹੀ ਆ ਕਿ ਜੇ ਤੁਸੀਂ ਇਹ ਐਪੀਸੋਡ ਦੇਖਿਆ, ਇਮਾਨ ਦੀ ਸਟੋਰੀ ਸੁਣ ਕੇ ਤੁਹਾਨੂੰ ਵੀ ਸਹਾਰਾ ਮਿਲਿਆ। ਜੇ ਤੁਸੀਂ ਕੋਈ ਮੈਂਟਲ ਹੈਲਥ ਚੈਲੰਜ ਦੇ ਨਾਲ ਸਟਰਗਲ ਕਰ ਰਹੇ ਆ, ਜਾਂ ਤੁਹਾਡੇ ਫੈਮਿਲੀ ਮੈਂਬਰ ਸਟਰਗਲ ਕਰ ਰਹੇ ਆ, ਤੁਹਾਨੂੰ ਪਤਾ ਨਹੀਂ ਕਿ ਕੀ ਹੋ ਰਿਹਾ ਆ, ਸਪੋਰਟ ਅਵੇਲੇਬਲ ਹੈਗੀ ਆ। ਐਂਡ ਜੇ ਤੁਸੀਂ ਆਪਣੀ ਕਹਾਣੀ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ, ਤੁਸੀਂ ਸਾਨੂੰ ਈਮੇਲ ਕਰ ਸਕਦੇ ਆ। ਐਂਡ ਸਾਡੀ ਵੈਬਸਾਈਟ ਤੇ ਵੀ ਅਸੀਂ ਬਥੇਰੀਆਂ ਪੰਜਾਬੀ ਦੇ ਵਿੱਚ ਇੱਦਾਂ ਦੀਆਂ ਵੀਡੀਓਜ਼ ਪਾਈਆਂ ਹੈਗੀਆਂ ਆ ਤੁਹਾਡੀ ਜਾਣਕਾਰੀ ਲਈ। ਐਂਡ ਇਕੱਠੇ ਹੋ ਕੇ ਅਸੀਂ ਆਪਣੀ ਮਾਨਸਿਕ ਸਿਹਤ ਬਾਰੇ ਸੋਚ ਬਦਲ ਸਕਦੇ ਆ।
ਸੋ ਸਾਰਿਆਂ ਨੂੰ ਥੈਂਕ ਯੂ ਤੁਸੀਂ ਅੱਜ ਇੱਕ ਹੋਰ ਐਪੀਸੋਡ ਦੇਖਿਆ ਐਂਡ ਅਸੀਂ ਅਗਲੀ ਵਾਰ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ